ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪ ਸਭ ਸੰਗਤਾਂ ਦੇ ਹੀ ਹੁੰਗਾਰੇ ਸਦਕਾ ਅੱਜ ਅਸੀਂ ਫੇਰ ਸੰਗਤ ਏਡ ਦੀਆਂ ਸੇਵਾਵਾਂ ਲੈ ਕੇ ਸ਼ਹਿਰ ਤਰਨਤਾਰਨ ਵਿਖੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਵਿਖੇ ਪਹੁੰਚੇ ਹਾਂ। ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੁਣ ਤੱਕ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਕਾਫੀ ਮਰੀਜ਼ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਵਿਖੇ ਦਾਖਲ ਕਰਵਾਏ ਗਏ ਨੇ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਜਿਹੜੀ ਇਹ ਤੰਦਰੁਸਤੀ ਦੀ ਦਾਤ ਮਿਲੀ ਹੈ। ਬਾਬਾ ਇੰਦਰ ਸਿੰਘ ਜੀ ਜੋ ਕਿ ਪਿੰਡ ਠਰੂ ਦੇ ਰਹਿਣ ਵਾਲੇ ਨੇ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਅੱਜ ਅਸੀਂ ਬਾਬਾ ਇੰਦਰ ਸਿੰਘ ਜੀ ਹੁਣਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਪਹੁੰਚੇ ਹਾਂ। ਉੱਥੇ ਮੈਂ ਆਪ ਸਭ ਸੰਗਤਾਂ ਦੇ ਨਾਲ ਇੱਕ ਗੱਲ ਹੋਰ ਇੱਥੇ ਨਾਲ ਜਿਹੜੀ ਸਾਂਝੀ ਕਰਨੀ ਚਾਹੁੰਦਾ ਵਾਂ ਕਿ ਬਾਪੂ ਜੀ ਉਹਨਾਂ ਦਾ ਜਿਹੜਾ ਪਰਿਵਾਰ ਜਿਹੜਾ ਇਹ ਸਾਰਾ ਗੁਰਸਿੱਖ ਹੈ। ਬਾਪੂ ਜੀ ਉਹਨਾਂ ਦਾ ਭੁਜੰਗੀ ਵੀ ਜਿਹੜਾ ਵਾ ਉਹ ਵੀ ਗੁਰਸਿੱਖ ਹੈ। ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਵੇਂ ਦੇ ਹਾਲਾਤਾਂ ਦੇ ਵਿੱਚ ਵੀ ਬੰਦਾ ਗੁਰੂ ਦਾ ਪੱਲਾ ਨਹੀਂ ਛੱਡਦਾ। ਸੋ ਕਿਤੇ ਨਾ ਕਿਤੇ ਰੱਬ ਬਹੁਤ ਹੀ ਪੈਂਦਾ ਹੈ। ਸੋ ਅੱਜ ਜਿਹੜਾ ਰੱਬ ਬਣ ਕੇ ਆਪ ਸਭ ਸੰਗਤਾਂ ਬਾਪੂ ਇੰਦਰ ਸਿੰਘ ਹੁਣਾਂ ਤੱਕ ਜਿਹੜੀ ਹੈ ਕਿ ਉਹ ਪਹੁੰਚ ਕੀਤੀ ਹੈ ਅਤੇ ਬਾਪੂ ਇੰਦਰ ਸਿੰਘ ਹੁਣਾਂ ਨੂੰ ਅੱਜ ਅਸੀਂ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਲੈ ਕੇ ਆਏ ਹਾਂ। ਅਤੇ ਆਓ ਆਪ ਸਭ ਸੰਗਤਾਂ ਦੇ ਅਸੀਂ ਬਾਪੂ ਜੀ ਹੁਣਾਂ ਦੇ ਨਾਲ ਸਾਂਝ ਪਾਉਂਦੇ ਹਾਂ। ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਕੀ ਹਾਲ ਹੈ? ਪਹਿਲਾਂ ਤਾਂ ਮੈਂ ਇਹ ਪੁੱਛਦਾ। ਹਾਲ ਠੀਕ ਨਹੀਂ ਗਾ ਜੀ। ਅੱਛਾ ਜੀ, ਕੀ ਪ੍ਰੋਗਰਾਮ ਬਲੱਡ ਤੁਰਿਆ ਆਉਂਦਾ ਜੀ। ਅੱਛਾ ਜੀ। ਅਤੇ ਬੋਟੀਆਂ ਜੀਆਂ ਡਿੱਗਦੀਆਂ ਨਾਲ ਅੱਛਾ ਜੀ। ਅਤੇ ਉਹ ਜਾਨ ਤੰਗ ਆ ਬਹੁਤ ਜ਼ਿਆਦਾ। ਸੋ ਸੰਗਤ ਜੀ, ਆਪਣੇ ਤੌਰ 'ਤੇ ਬਾਪੂ ਜੀ ਉਹਨਾਂ ਨੇ ਜਿਹੜਾ ਸੀ ਇਲਾਜ ਤਾਂ ਕਰਵਾਇਆ, ਪਰ ਪੈਸੇ ਦੀ ਕਮੀ ਹੋਣ ਕਰਕੇ ਬਾਪੂ ਜੀ ਉਹਨਾਂ ਦੇ ਬੇਟੇ ਦਾ ਬਾਈਕ ਸੀ ਜਿਹੜੀ ਕਿ ਡੀਲ ਹੋ ਗਈ ਕਿ ਅਸੀਂ ਪੈਸੇ ਨਹੀਂ ਆ ਪਰ ਮੋਟਰਸਾਈਕਲ ਦੇ ਦਾਂਗੇ, ਜਿਸ ਕਰਕੇ ਮੋਟਰਸਾਈਕਲ ਵੀ ਇਹਨਾਂ ਦਾ ਜਾਂਦਾ ਰਿਹਾ। ਪਰ ਇਲਾਜ ਫਿਰ ਵੀ ਪ੍ਰੋਪਰ ਤੌਰ 'ਤੇ ਇਹਨਾਂ ਦਾ ਨਹੀਂ ਹੋਇਆ। ਸੋ ਇਸ ਕਰਕੇ ਸੰਗਤ ਜੀ, ਆਪ ਸਭ ਸੰਗਤਾਂ ਦਾ ਜਿਹੜਾ ਵਾ ਆਸਰਾ ਤੱਕਿਆ। ਵੈਸੇ ਤਾਂ ਅਸੀਂ ਮਹਾਰਾਜ ਦੀ ਬਾਣੀ ਦਾ ਜਦੋਂ ਪੜ੍ਹੀਏ, ਮਹਾਰਾਜ ਜੀ ਬਾਣੀ ਦੇ ਵਿੱਚ ਕਹਿੰਦੇ ਕਿ ਜਿੱਥੇ ਸਾਰੇ ਪੱਲਾ ਝਾੜ ਕੇ ਚੱਲ ਜਾਣ ਉੱਥੇ ਗੁਰੂ ਆਪ ਫਿਰ ਸਹਾਈ ਹੁੰਦਾ ਹੈ। ਆਪ ਫਿਰ ਡੁੱਬਦਿਆਂ ਨੂੰ ਜਿਹੜਾ ਵਾ ਉਹ ਤਾਰਦਾ ਹੈ। ਗੁਰ ਪੂਰੇ ਮੇਰੀ ਰਾਖ ਲਈ, ਕਿ ਗੁਰੂ ਪੂਰਾ ਹੀ ਹੈ ਜਿਹੜੀ ਸਾਡੀ ਰੱਖਿਆ ਕਰ ਸਕਦਾ ਹੈ। ਸੋ ਇਸੇ ਹੀ ਕਰਕੇ ਉਹ ਗੁਰੂ ਆਪ ਸਭ ਸੰਗਤਾਂ ਦੇ ਵਿੱਚ ਇਸ ਵਕਤ ਵਰਤ ਰਿਹਾ ਹੈ। ਲੰਮੇ ਸਮੇਂ ਤੋਂ ਬਾਪੂ ਜੀ ਉਹਨਾਂ ਨੂੰ ਇਹ ਦਿੱਕਤ ਆ ਰਹੀ ਹੈ, ਪਰ ਬਾਪੂ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੂੰ ਕੋਈ ਰਿਪੋਰਟ ਵੀ ਨਹੀਂ ਦਿੱਤੀ। ਪਰ ਰੀਸੈਂਟਲੀ ਹੁਣ ਬਾਪੂ ਜੀ ਹੁਣਾਂ ਨੇ ਜਿਹੜੀ ਆ ਕਿ ਜਿਹੜੀ ਹਸਪੀਟਲ ਵਾਲਿਆਂ ਨੇ ਤਾਂ ਕੋਈ ਰਿਪੋਰਟ ਨਹੀਂ ਦਿੱਤੀ, ਪਰ ਰੀਸੈਂਟਲੀ ਬਾਪੂ ਜੀ ਉਹਨਾਂ ਨੇ ਜਿਹੜੀ ਇਹ ਆਪਣੇ ਤੌਰ 'ਤੇ ਸੰਗਤ ਜੀ ਇੱਥੇ ਤੁਸੀਂ ਦੇਖ ਹੀ ਰਹੇ ਜੇ ਕਿ ਹੁਣ ਫਿਰ ਆਪਣਾ ਕਿਤੇ ਨਾ ਕਿਤੇ ਗੁਜ਼ਾਰਾ ਕਰਕੇ ਅਤੇ ਇਹ ਰਿਪੋਰਟ ਕਰਵਾਈਏ। ਬਾਪੂ ਜੀ, ਹੁਣ ਰਿਪੋਰਟ ਦੇ ਵਿੱਚ ਕੀ ਹੈ ਜਿਹੜੀ ਅਲਟਰਾਸਾਊਂਡ ਕਰਾਈ? ਅਤੇ ਇਹਦੇ ਵਿੱਚ ਵੀ ਆਇਆ ਰਸੌਲੀ ਵੀ ਆਈ ਹੈ ਦੂਜਾ। ਅੱਛਾ ਜੀ। ਉਹ ਬਲੱਡ ਤੁਰਿਆ ਆਉਂਦਾ ਵਾ ਜੀ। ਅਤੇ ਮਾਜਾ ਵਾਧਾ ਵਾ ਉਹਨੇ ਵੱਢਿਆ ਨਹੀਂ ਗਾ ਕੋਈ ਚੱਜ ਨਾਲ, ਕੋਈ ਕੀਤਾ ਨਹੀਂ ਗਾ ਕੱਖ ਨਹੀਂ, ਸਫਾਈ ਕੀਤੀ ਉਹਨੇ ਅਤੇ ਇਹ ਨਹੀਂ ਕਰਕੇ ਦੇ। ਸੋ ਸੰਗਤ ਜੀ, ਆਪਣੇ ਜੋ ਲਫ਼ਜ਼ਾਂ ਦੇ ਰਾਹੀਂ ਬਾਪੂ ਜੀ ਹੁਣੀ ਆਪ ਸਭ ਸੰਗਤਾਂ ਨਾਲ ਸਾਂਝ ਕੀਤੀ ਕਿ ਉਹਨਾਂ ਨੇ ਸਫਾਈ ਕੀਤੀ, ਪਰ ਜਿਹੜੀ ਰਸੌਲੀ ਸੀ ਉਹਦਾ ਓਪਰੇਟ ਨਹੀਂ ਕੀਤਾ। ਇਹ ਤਾਂ ਇਹਨਾਂ ਦੇ ਲਫ਼ਜ਼ਾਂ ਦੇ ਜ਼ੁਬਾਨੀ ਜੋ ਸੰਗਤ ਜੀ ਬਾਪੂ ਜੀ ਹੁਣੀ ਸਾਂਝੇ ਕਰ ਰਹੇ, ਪਰ ਅਸਲ ਜਿਹੜੀ ਗੱਲ ਹੈ ਉਹ ਤਾਂ ਡਾਕਟਰ ਸਾਹਿਬ ਹੁਣੀ ਹੀ ਦੱਸਣਗੇ ਕਿ ਇਹ ਰਿਪੋਰਟ ਦੇ ਵਿੱਚ ਕੀ ਆਇਆ ਹੈ ਜਾਂ ਕੀ ਇਹਨਾਂ ਨੂੰ ਹੁਣ ਜਿਹੜੀ ਇਹ ਪਰੇਸ਼ਾਨੀ ਆ ਰਹੀ ਹੈ ਜਿਹਦੇ ਕਰਕੇ ਕਿ ਬਾਥਰੂਮ ਰਾਹੀਂ ਇਹਨਾਂ ਨੂੰ ਬਲੀਡਿੰਗ ਹੋ ਰਹੀ ਹੈ। ਉਸ ਗੱਲ ਦੀ ਤੇ ਚਾਨਣਾ ਜਿਹੜਾ ਉਹ ਤਾਂ ਡਾਕਟਰ ਸਾਹਿਬ ਹੀ ਪਾ ਸਕਦੇ ਨੇ। ਸੋ ਇਸੇ ਹੀ ਕਰਕੇ ਅੱਜ ਬਾਪੂ ਜੀ ਉਹਨਾਂ ਨੂੰ ਅਸੀਂ ਹਸਪੀਟਲ ਲੈ ਕੇ ਆਏ ਹਾਂ। ਅਤੇ ਆਓ ਸੰਗਤ ਜੀ, ਹੁਣ ਅਸੀਂ ਚੱਲਦੇ ਹਾਂ ਡਾਕਟਰ ਅਮਰਜੋਤ ਹੁਣਾਂ ਦੇ ਕੋਲ, ਜਿਹੜੇ ਕਿ ਸਰਜਨ ਨੇ, ਜਿਨ੍ਹਾਂ ਨੇ ਕਿ ਬਾਪੂ ਜੀ ਉਹਨਾਂ ਦਾ ਟਰੀਟਮੈਂਟ ਕਰਨਾ ਹੈ। ਡਾਕਟਰ ਸਾਹਿਬ, ਮੈਂ ਚਾਹੁੰਦਾ ਹਾਂ ਕਿ ਆਪ ਜ਼ਰੂਰ ਸੰਗਤ ਨੂੰ ਥੋੜ੍ਹੀ ਜਿਹੀ ਗਾਈਡਲਾਈਨ ਦਿਓ ਕਿ ਬਾਪੂ ਜੀ ਉਹਨਾਂ ਨੂੰ ਕੀ ਪ੍ਰੋਬਲਮ ਹੈ। ਬਾਪੂ ਜੀ ਉਹਨਾਂ ਨੂੰ ਇਹਨਾਂ ਦੇ ਬੇਸਿਕਲੀ ਪਿਸ਼ਾਬ ਦੇ ਵਿੱਚ ਖੂਨ ਆ ਰਿਹਾ ਸੀਗਾ ਜੀ। ਉਹਦਾ ਜੋ ਪੁਰਾਣਾ ਆਪਣੇ ਕੋਲੇ ਜੋ ਸਕੈਨ ਲੈ ਕੇ ਆਏ ਉਹਦੇ 'ਚ ਇਹਨਾਂ ਨੇ ਦੱਸਿਆ ਵਾ ਵੀ ਜਿਹੜਾ ਮਸਾਨਾ ਹੁੰਦਾ ਪਿਸ਼ਾਬ ਵਾਲਾ ਉਹਦੇ 'ਚ ਰਸੌਲੀ ਹੈਗੀ ਹੈ। ਠੀਕ ਹੈ ਜੀ। तो ਉਹਨੂੰ ਇਨਵੈਸਟੀਗੇਟ ਆਪਾਂ ਨੂੰ ਕਰਕੇ ਉਸ ਤੋਂ ਬਾਅਦ ਇਹਨਾਂ ਦਾ ਸਰਜਰੀ ਦਾ ਪਲਾਨ ਕਰਨਾ ਪੈਣਾ ਜੀ।
ਜਿਵੇਂ ਬਾਪੂ ਜੀ ਨੇ ਕਹਿ ਰਹੇ ਸੀ ਕਿ ਪਹਿਲਾਂ ਇਹਨਾਂ ਨੇ ਕਿਸੇ ਹਸਪੀਟਲ ਵਿੱਚ ਆਪਰੇਟ ਕਰਵਾਇਆ ਸੀ, ਪਰ ਉਹਨਾਂ ਨੇ ਸਫਾਈ ਕੀਤੀ, ਆਪਰੇਟ ਨਹੀਂ ਕੀਤਾ। ਉਹਦਾ ਕੀ ਆਪ ਜੀ ਨੂੰ ਨਜ਼ਰ ਆ ਰਿਹਾ ਹੈ? ਦੇਖੋ, ਉਹਦਾ ਆਪਣੇ ਕੋਲੇ ਕੋਈ ਰਿਕਾਰਡ ਨਹੀਂ ਹੈਗਾ ਜੀ ਇਸ ਵੇਲੇ। ਜਿਸ ਹਿਸਾਬ ਨਾਲ ਰਸੌਲੀ ਆ, ਉਹਦੀ ਐਕਸਟੈਂਸ਼ਨ ਦੇਖਣੀ ਚਾਹੀਦੀ ਆਪਾਂ ਨੂੰ ਵੀ ਉਹਦੀ ਕੋਈ ਵਾਕਈ ਕੋਈ ਐਕਸਟੈਂਸ਼ਨ ਆ ਜਾਂ ਨਹੀਂ ਹੈਗੀ। ਉਦੋਂ ਬਾਅਦ ਉਹਦਾ ਸਰਜੀਕਲ ਜਿਹੜਾ ਪ੍ਰੋਸੀਜਰ ਹੁੰਦਾ ਉਹ ਸਿਸਟੋਸਕੋਪੀ ਐਂਡ ਪ੍ਰੋਸੀਡ ਹੁੰਦਾ। ਦੂਰਬੀਨ ਪਾ ਕੇ ਅੰਦਰ ਵੇਖੀ ਦਾ, CT ਸਕੈਨ ਪਹਿਲਾਂ ਰਿਪੋਰਟ ਵੇਖ ਕੇ, ਉਦੋਂ ਬਾਅਦ ਜਿਹੜਾ ਵਧਿਆ ਮਾਸ ਹੁੰਦਾ ਉਹਨੂੰ ਅਸੀਂ ਸਾਰਾ ਸਾਫ਼ ਕਰਕੇ ਉਹਨੂੰ ਟੈਸਟ ਵਾਸਤੇ ਭੇਜੀਦਾ। ਸੋ ਇਹ ਪ੍ਰੋਸੀਜਰ ਹੈਗਾ, ਬਟ ਪ੍ਰੋਸੀਜਰ ਤੋਂ ਪਹਿਲਾਂ ਜਿਵੇਂ ਸਟੈਪਸ ਹੈਗੇ, ਪਹਿਲਾਂ CT ਸਕੈਨ ਹੋਣਾ, ਫਿਰ ਸਰਜਰੀ ਹੋਣੀ ਆ। ਇਹਦੇ 'ਚ ਉੱਦਾਂ ਜੋ ਆਮ ਆਪਰੇਸ਼ਨ ਜਿਹੜੇ ਹੁੰਦੇ ਆ ਉਹ ਲਗਭਗ 30-35 ਹਜ਼ਾਰ 40 ਹਜ਼ਾਰ ਤੱਕ ਖਰਚਾ ਹੋ ਜਾਂਦਾ। ਠੀਕ ਹੈ ਜੀ। ਤੋ ਡਿਪੈਂਡਿੰਗ ਅਪੋਨ ਜਿਹੜਾ ਕੇਸ ਆਪਦਾ ਉਹਨਾਂ ਦਾ, ਬਾਕੀ ਚੀਜ਼ਾਂ ਕਿੱਦਾਂ ਨੇ, ਖੂਨ ਕਿੰਨਾ ਗ੍ਰਾਮ ਆ, ਕੁਛ ਉਹਦੇ ਨਾਲ ਖਰਚੇ ਦਾ ਵੱਧ ਘੱਟ ਸਕਦਾ ਹੁੰਦਾ। ਸੋ ਉਹ ਚੀਜ਼ਾਂ ਵੀ ਡਿਪੈਂਡ ਕਰਦੀਆਂ। ਆਪ ਸਭ ਸੰਗਤਾਂ ਦੇ ਨਾਲ ਸਾਂਝ ਪਾ ਰਹੇ ਸੀ ਬਾਪੂ ਇੰਦਰ ਸਿੰਘ ਹੋਣਾ ਦੀ ਸੰਗਤ ਜੀ, ਅਤੇ ਡਾਕਟਰ ਅਮਰਜੋਤ ਹੋਣਾ ਨੇ, ਜਿਨ੍ਹਾਂ ਨੇ ਬਾਪੂ ਜੀ ਉਹਨਾਂ ਦਾ ਆਪਰੇਟ ਕਰਨਾ ਹੈ, ਉਹਨਾਂ ਨੇ ਦਾਖਲ ਕਿਹਾ ਸੀ। ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੁਣ ਬਾਪੂ ਜੀ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ ਹੈ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਤਰਨਤਾਰਨ ਵਿਖੇ। ਇਸ ਵਕਤ ਅਸੀਂ ਹਸਪੀਟਲ ਦੀ ਜਨਰਲ ਵਾਰਡ ਦੇ ਵਿੱਚ ਮੌਜੂਦ ਹਾਂ, ਅਤੇ ਬਾਪੂ ਜੀ ਵੀ ਸਾਡੇ ਕੋਲ ਨੇ। ਅਤੇ ਸੰਗਤ ਜੀ, ਆਪ ਸਭ ਸੰਗਤਾਂ ਦਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਇਹਨਾਂ ਧੰਨਵਾਦ ਕਰਦੀ ਹੈ, ਜੋ ਆਪ ਹਰ ਦੀਨ ਦੁਖੀ ਦੇ ਦਰਦ ਨੂੰ ਆਪਣਾ ਦਰਦ ਸਮਝ ਕੇ ਅਤੇ ਉਹਨਾਂ ਦੀ ਇੰਨੀ ਸਹਾਇਤਾ ਕਰਦੇ। ਜੋ ਉਹ ਆਪ ਸਭ ਸੰਗਤਾਂ ਦੀ ਬਾਪੂ ਜੀ ਉਹਨਾਂ ਦੇ ਨਾਲ ਵੀ ਸਾਂਝ ਪਾਉਂਦੇ। ਬਾਪੂ ਜੀ, ਇੱਕ ਵੇਲਾ ਸੀ ਜਦੋਂ ਘਰੇ ਬੈਠੇ ਸੀ, ਟੁੱਟੇ ਪਏ ਸੀ ਕਿ ਪਤਾ ਨਹੀਂ ਮੇਰਾ ਇਲਾਜ ਹੋਣਾ ਕਿ ਨਹੀਂ, ਪਰ ਅੱਜ ਸੰਗਤਾਂ ਦੇ ਸਹਿਯੋਗ ਸਦਕਾ ਤੁਹਾਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਦਾਖਲ ਕਰਵਾ ਦਿੱਤਾ ਗਿਆ ਹੈ। ਮੈਂ ਚਾਹੁੰਦਾ ਆਪ ਵੀ ਕੁਝ ਸੰਗਤ ਦੇ ਨਾਲ ਸਾਂਝ ਕਰਨੀ ਚਾਹੁੰਦੇ ਹੋ। ਮੈਂ ਸੰਗਤਾਂ ਦਾ ਧੰਨਵਾਦ ਕਰਦਾ ਜੀ, ਜਿਨ੍ਹਾਂ ਮੇਰਾ ਇੰਨਾ ਸਾਥ ਦਿੱਤਾ ਕਿ ਮੈਨੂੰ ਇੱਥੋਂ ਤੀਕ ਲਿਆਂਦਾ, ਅਤੇ ਗਾਂ ਵੀ ਮੇਰਾ ਇਲਾਜ ਇਹੋ ਚਰਨਾਂ ਦੇ ਵਿੱਚ ਬੇਨਤੀ, ਮੇਰੀ ਮਦਦ ਕੀਤੀ ਜਾਵੇ। ਸੋ ਸੰਗਤ ਜੀ, ਬਜ਼ੁਰਗਾਂ ਨੇ ਵੀ ਆਪ ਸਭ ਸੰਗਤਾਂ ਦੇ ਨਾਲ ਸਾਂਝ ਪਾਈ। ਉੱਥੇ ਆਪ ਸਭ ਸੰਗਤਾਂ ਦਾ ਧੰਨਵਾਦ ਵੀ ਕੀਤਾ ਹੈ ਕਿ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਕਿ ਆਪ ਸਭ ਸੰਗਤਾਂ ਨੇ ਪਿੰਡ ਠਰੂ ਤੋਂ ਲੈ ਕੇ ਅੱਜ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਦੀ ਜਨਰਲ ਵਾਰਡ ਤੱਕ ਜਿਹੜਾ ਇਹ ਪੰਧ ਆ, ਇਹ ਆਪ ਸਭ ਸੰਗਤਾਂ ਦੀ ਸਹਿਯੋਗ ਸਦਕਾ ਹੀ ਪੂਰਾ ਹੋਇਆ ਹੈ। ਅਤੇ ਅਗਾਂਹ ਵੀ ਇਹੀ ਬੇਨਤੀ ਕੀਤੀ ਹੈ ਸੰਗਤ ਜੀ ਬਾਪੂ ਜੀ ਉਹਨਾਂ ਨੇ ਕਿ ਜਿੱਥੇ ਹੁਣ ਤੱਕ ਆਪ ਨੇ ਇੰਨਾ ਮੇਰਾ ਸਾਥ ਦਿੱਤਾ ਹੈ, ਅਤੇ ਅਗਾਂਹ ਵੀ ਮੇਰਾ ਸਾਥ ਦਿੱਤਾ ਜਾਵੇ, ਤਾਂ ਜੋ ਠੀਕ ਹੋ ਕੇ ਅਤੇ ਮੈਂ ਆਪਣੇ ਪਰਿਵਾਰ ਦੇ ਵਿੱਚ ਜਾ ਸਕਾਂ, ਮੈਂ ਕੋਈ ਆਪਣਾ ਕੰਮ ਧੰਦਾ ਕਰਕੇ। ਕਿਉਂਕਿ ਬਾਪੂ ਜੀ ਹੁਣਾਂ ਦੇ ਦੋਨੇ ਹੀ ਜਿਹੜੇ ਇੱਕ ਬੇਟੀ ਅਤੇ ਬੇਟਾ, ਇਹ ਦੋਨੇ ਹੀ ਬੱਚੇ ਹਲੇ ਕੁਆਰੇ ਨੇ, ਵਿਆਹੁਣੇ ਨੇ। ਅਤੇ ਆਪ ਸਭ ਸੰਗਤਾਂ ਸਮਝ ਹੀ ਸਕਦੀਆਂ ਕਿ ਜਦੋਂ ਇਵੇਂ ਦੀ ਬਿਮਾਰੀ ਆਣ ਕੇ ਘਰੇ ਡੇਰਾ ਲਾ ਲੈਂਦੀ ਹੈ ਅਤੇ ਫਿਰ ਜ਼ਿੰਦਗੀ ਨੂੰ ਅਗਾਂਹ ਤੋਰਨਾ ਕਿੰਨਾ ਮੁਸ਼ਕਿਲ ਹੋ ਜਾਂਦਾ ਹੈ। ਬਜ਼ੁਰਗਾਂ ਦੀ ਧਰਮ ਸਪਤਨੀ ਵੀ ਸਾਡੇ ਕੋਲ ਹੈ, ਅਤੇ ਇਹਨਾਂ ਨਾਲ ਵੀ ਆਪ ਜੀ ਦੀ ਸਾਂਝ ਪਾਉਂਦੇ ਹਾਂ। ਹਾਂਜੀ, ਮੈਂ ਚਾਹੁੰਦਾ ਅੱਜ ਬਾਪੂ ਜੀ ਹੁਣਾਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਜਿਹੜਾ ਵਾ ਉਹ ਐਡਮਿਟ ਕਰਵਾ ਦਿੱਤਾ ਗਿਆ। ਆਪ ਵੀ ਕੁਝ ਸੰਗਤਾਂ ਦੇ ਨਾਲ ਸਾਂਝ ਪਾਉਣੀ ਚਾਹੁੰਦੇ ਹੋ, ਕਿਉਂਕਿ ਲੰਮਾ ਸਮਾਂ ਤੁਸੀਂ ਦੇਖਿਆ ਬਾਪੂ ਜੀ ਹੁਣੀ ਇਸ ਦਿੱਕਤ ਦੇ ਵਿੱਚੋਂ ਗੁਜ਼ਰੇ। ਫਿਰ ਘਰ ਦੇ ਵਿੱਚ ਕੰਮ ਕਰਨ ਵਾਲੇ ਵੀ ਇਹੋ ਨੇ, ਘਰ ਦੇ ਹਾਲਾਤਾਂ ਦਾ ਵੀ ਮੈਂ ਕਹਿੰਦਾ ਜ਼ਰੂਰ ਥੋੜ੍ਹੀ ਜਿਹੀ ਆਪ ਜੀ ਸਾਂਝ ਸੰਗਤ ਨਾਲ ਸਾਂਝੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ ਪੈਸਾ ਧੇਲਾ ਹੈ ਨਹੀਂ ਹੈ, ਅਤੇ ਕਮਾਈ ਨਹੀਂ ਹੈਗੀ, ਮਗਰ ਬੇਟਾ ਵਾ, ਬੇਟੀ ਆ, ਵਿਆਹੁਣ ਵਾਲੀ ਆ, ਅਤੇ ਇਲਾਜ ਕੀਤਾ ਜਾਵੇ, ਅਤੇ ਸਾਨੂੰ ਤੁਹਾਡੀ ਵੀ ਲੋੜ ਮਦਦ ਚਾਹੀਦੀ ਹੈ। ਸੋ ਸੰਗਤ ਜੀ, ਭੈਣ ਜੀ ਉਹਨਾਂ ਨੇ ਵੀ ਆਪ ਸਭ ਸੰਗਤਾਂ ਦੇ ਨਾਲ ਜਿਹੜੀ ਉਹ ਸਾਂਝ ਪਾਈ, ਅਤੇ ਜਿੰਨਾ ਕੁ ਬੋਲ ਸਕਦੇ ਸੀ ਕਿਉਂਕਿ ਭਾਵੁਕ ਨੇ, ਅਤੇ ਲੰਮੇ ਸਮੇਂ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਇਹ ਜ਼ਿੰਦਗੀ ਨੂੰ ਕਾਫੀ ਦਿੱਕਤਾਂ ਦੇ ਵਿੱਚ ਬਤੀਤ ਕੀਤਾ ਹੈ। ਕਿਉਂਕਿ ਪਹਿਲਾਂ ਵੀ ਮੈਂ ਆਪ ਸਭ ਸੰਗਤਾਂ ਨਾਲ ਸਾਂਝ ਪਾਈ ਸੀ ਕਿ ਆਪਰੇਟ ਬਾਪੂ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਕਰਵਾਇਆ ਸੀ, ਪਰ ਉਹ ਆਪਰੇਟ ਜਿਹੜਾ ਇਹ ਸਕਸੈਸਫੁਲ ਨਹੀਂ ਹੋਇਆ, ਜਿਹਦੇ ਕਰਕੇ ਕਿ ਬਾਪੂ ਜੀ ਉਹਨਾਂ ਨੂੰ ਪਿਛਲੇ 1 ਸਾਲ ਤੋਂ ਕਾਫੀ ਦਿੱਕਤ ਆ ਰਹੀ ਹੈ। ਹੁਣ ਤਾਂ ਜਦੋਂ ਬਾਪੂ ਜੀ ਕਹਿ ਰਹੇ ਸੀ ਕਿ ਬਾਥਰੂਮ ਵੀ ਜਾਣਾ ਅਤੇ ਬੋਟੀਆਂ ਡਿੱਗਦੀਆਂ ਨੇ, ਬਲੈਡਿੰਗ ਹੁੰਦੀ ਹੈ, ਖੂਨ ਆਉਂਦਾ ਹੈ। ਸੋ ਆਪ ਸਭ ਸੰਗਤਾਂ ਸਮਝ ਹੀ ਸਕਦੇ ਜੇ ਕਿ ਕਿੰਨੀ ਦਿੱਕਤ ਦੇ ਵਿੱਚ ਬਾਪੂ ਜੀ ਹੁਣੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਸੋ ਸੰਗਤ ਜੀ, ਇਹ ਜੇ ਮੈਂ ਦਾਖਲ ਬਾਪੂ ਜੀ ਉਹਨਾਂ ਨੂੰ ਕਰਵਾ ਦਿੱਤਾ ਗਿਆ ਹੈ, ਅਤੇ ਸੰਗਤ ਜੀ ਇਹੀ ਆਸ ਹੁਣ ਵੀ ਕਰਦੀ ਹੈ ਕਿ ਆਪ ਬਾਪੂ ਇੰਦਰ ਸਿੰਘ ਹੁਣਾਂ ਦਾ ਵੀ ਇਵੇਂ ਹੀ ਵੱਧ ਚੜ੍ਹ ਕੇ ਸਾਥ ਦਿਓਗੇ, ਤਾਂ ਜੋ ਇਹ ਵੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਾ ਸਕਣ।
ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦੇ ਨਾਲ ਅਸੀਂ ਸਾਂਝ ਪਾ ਰਹੇ ਸੀ ਬਾਪੂ ਇੰਦਰ ਸਿੰਘ ਦੀ, ਜੋ ਕਿ ਪਿੰਡ ਠਰੂ ਦੇ ਰਹਿਣ ਵਾਲੇ ਨੇ। ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਉਹਨਾਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਜਿਹੜਾ ਦਾਖਲ ਕਰਵਾ ਦਿੱਤਾ ਗਿਆ ਸੀ। ਪਰ ਡਾਕਟਰ ਸਾਹਿਬ ਉਹਨਾਂ ਦੇ ਕਹਿਣ ਦੇ ਮੁਤਾਬਕ ਕੁਝ ਟੈਸਟ ਲਿਖੇ ਸੀ, ਜਿਹੜਾ ਕਿ ਟੈਸਟਾਂ ਦੀ ਰਿਪੋਰਟ ਤੋਂ ਬਾਅਦ ਇਹ ਪਤਾ ਲੱਗਾ ਕਿ ਬਾਪੂ ਜੀ ਉਹਨਾਂ ਦੇ ਵਿੱਚ ਖੂਨ ਦੀ ਬਹੁਤ ਜ਼ਿਆਦਾ ਕਮੀ ਹੈ, ਜਿਹਦੇ ਕਰਕੇ ਲਗਭਗ ਉਹਨਾਂ ਨੂੰ 4 ਬੋਤਲਾਂ ਖੂਨ ਦੀਆਂ ਜਿਹੜੀਆਂ ਨੇ ਉਹ ਚੜ੍ਹਨੀਆਂ ਨੇ। ਸੋ ਇਸੇ ਹੀ ਕਰਕੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਨੇ, ਜੋ ਕਿ ਖੂਨਦਾਨ ਕਰਨ ਵਾਲੇ ਵੀਰ ਨੇ, ਡੋਨਰ ਨੇ, ਉਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਅਤੇ ਅੱਜ ਅਸੀਂ ਉਹਨਾਂ ਹੀ ਵੀਰਾਂ ਨੂੰ ਨਾਲ ਲੈ ਕੇ ਅਤੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਬਲੱਡ ਬੈਂਕ ਰੂਮ ਦੇ ਵਿੱਚ ਮੌਜੂਦ ਹਾਂ, ਜਿੱਥੇ ਆਪ ਸਭ ਸੰਗਤਾਂ ਦੇਖ ਰਹੀਆਂ ਨੇ ਕਿ ਵੀਰ ਲਵਜੀਤ ਸਿੰਘ ਅਤੇ ਵੀਰ ਆਕਾਸ਼ਦੀਪ ਸਿੰਘ ਸਾਡੇ ਇੱਕੋ ਹੀ ਬੁਲਾਵੇ ਦੇ ਉੱਪਰ ਬੜੇ ਹੀ ਪਿਆਰ ਦੇ ਨਾਲ ਆਏ। ਅਤੇ ਸੰਗਤ ਜੀ, ਮੈਂ ਇੱਥੇ ਆਪ ਸਭ ਸੰਗਤਾਂ ਨਾਲ 1-2 ਬਚਨ ਹੋਰ ਸਾਂਝੇ ਕਰਨਾ ਚਾਹੁੰਦਾ ਵਾਂ ਕਿ ਜਿੱਥੇ ਆਪ ਸਭ ਸੰਗਤਾਂ ਇੰਨਾ ਸਾਥ ਦਿੰਦੀਆਂ ਨੇ ਹਰ ਇੱਕ ਲੋੜਵੰਦ ਪਰਿਵਾਰ ਦੀਆਂ, ਉੱਥੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਇਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੀ ਏ, ਜਿਹੜੇ ਆਪਣੇ ਟਾਈਮ 'ਚੋਂ ਟਾਈਮ ਕੱਢ ਕੇ ਅਤੇ ਲੋੜਵੰਦ ਵੀਰ ਦੀ ਮਦਦ ਲਈ ਅੱਗੇ ਆਉਂਦੇ ਨੇ। ਸੋ ਜੇ ਮੈਂ ਗੱਲ ਕਰਾਂ ਵੀਰ ਆਕਾਸ਼ਦੀਪ ਸਿੰਘ ਦੀ ਅਤੇ ਵੀਰ ਲਵਪ੍ਰੀਤ ਸਿੰਘ ਦੀ, ਅਤੇ ਵੀਰ ਹੁਣੇ ਆਪਸ ਦੇ ਵਿੱਚ ਹੀ ਗੱਲ ਕਰ ਰਹੇ ਸਨ ਕਿ ਅਸੀਂ ਹੋਰ ਵੀ ਵੀਰ ਜਿਹੜੇ ਨੇ ਉਹਨਾਂ ਨੂੰ ਫੋਨ ਕੀਤਾ, ਉਹ ਵੀ ਥੋੜ੍ਹੇ ਸਮੇਂ ਤੱਕ ਇੱਥੇ ਪਹੁੰਚ ਰਹੇ ਨੇ। ਉੱਥੇ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਨੌਜਵਾਨੀ ਨਸ਼ੇ ਦੇ ਵਿੱਚ ਰੁੜ੍ਹਦੀ ਜਾ ਰਹੀ ਹੈ, ਪੈਸੇ ਨੇ ਇੰਨੀ ਭੱਜ ਦੌੜ ਬੰਦੇ ਦੀ ਬਣਾ ਲਈ ਹੈ ਕਿ ਅੱਜ ਇਨਸਾਨ ਦੀ ਕੀਮਤ ਨੂੰ ਭੁੱਲ ਗਿਆ ਹੈ। ਕਿੱਥੇ ਸਾਡੇ ਬਜ਼ੁਰਗ ਇਹ ਗੱਲ ਕਹਿੰਦੇ ਹੁੰਦੇ ਸਨ ਕਿ ਬੰਦਾ ਬੰਦੇ ਦਾ ਦਾਰੂ ਹੈ, ਪਰ ਸਮੇਂ ਨੇ ਇਹੋ ਜਿਹੀ ਕਰਵਟ ਬਦਲੀ, ਅੱਜ ਬੰਦਾ ਬੰਦੇ ਨੂੰ ਮਾਰੂ ਹੈ। ਪਰ ਉੱਥੇ ਇਹੋ ਜਿਹੇ ਇਨਸਾਨ ਵੀ ਜਦੋਂ ਦੇਖਦੇ ਉਦੋਂ ਮਨ ਦੇ ਵਿੱਚ ਇਹ ਹੌਸਲਾ ਹੋਰ ਪ੍ਰਗਟ ਹੁੰਦਾ ਹੈ, ਸੇਵਾ ਕਰਨ ਦੀ ਭਾਵਨਾ ਹੋਰ ਵੱਧ ਚੜ੍ਹ ਜਾਂਦੀ ਹੈ ਕਿ ਜਿੱਥੇ ਇਹੋ ਜਿਹੇ ਵੀਰ ਆਣ ਕੇ ਅਤੇ ਨਾਲ ਖਲੋ ਜਾਂਦੇ ਨੇ, ਅਤੇ ਉਦੋਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦੀਆਂ ਬਾਹਾਂ ਹੋਰ ਵੀ ਮਜ਼ਬੂਤ ਹੋ ਜਾਂਦੀਆਂ ਨੇ। ਅਸੀਂ ਜਦੋਂ ਵੀ ਕਿਸੇ ਗੁਰ ਅਸਥਾਨ 'ਤੇ ਜਾਈਏ ਅਤੇ ਜਿਹੜੇ ਮਹਾਂਪੁਰਖ ਸੇਵਾਵਾਂ ਕਰਵਾ ਰਹੇ ਹੁੰਦੇ ਨੇ, ਉਹ ਇਹ ਗੱਲ ਕਹਿੰਦੇ ਨੇ ਕਿ ਸੰਗਤੋ ਆਓ, ਵੱਧ ਚੜ੍ਹ ਕੇ ਤਨ ਮਨ ਧਨ ਦੇ ਨਾਲ ਸੇਵਾ ਕਰੋ। ਕੋਈ ਤਨ ਕਰਕੇ ਕਰ ਸਕਦਾ ਹੈ, ਕੋਈ ਮਨ ਕਰਕੇ ਕਰ ਸਕਦਾ ਹੈ, ਅਤੇ ਕੋਈ ਧਨ ਕਰਕੇ। ਜਿਵੇਂ ਆਪ ਸਭ ਸੰਗਤਾਂ ਤਨ ਕਰਕੇ ਇਹ ਸੇਵਾਵਾਂ ਕਰਦੀਆਂ, ਉੱਥੇ ਇਹ ਵੀਰ ਤਨ ਕਰਕੇ ਕਰ ਰਹੇ ਨੇ। ਇਸੇ ਹੀ ਕਰਕੇ ਜਿਸ ਚੀਜ਼ ਦਾ ਕੋਈ ਮੁੱਲ ਹੀ ਨਹੀਂ, ਅਤੇ ਇੱਕੇ ਵਾਰੀ ਹੀ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦੀ ਗੁਹਾਰ ਲਾਉਣ 'ਤੇ ਇਹ ਵੀਰ ਇੱਥੇ ਮੌਜੂਦ ਹੋ ਗਏ। ਸੋ ਇਹਨਾਂ ਵੀਰਾਂ ਦਾ ਵੀ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਧੰਨਵਾਦ ਕਰਦੀ ਹੈ ਕਿ ਜਿਨ੍ਹਾਂ ਦੀ ਬਦੌਲਤ ਅੱਜ ਬਾਪੂ ਇੰਦਰ ਸਿੰਘ ਹੋਣਾ ਦਾ ਜਿਹੜਾ ਆਪਰੇਟ ਹੋਣ ਜਾ ਰਿਹਾ ਹੈ। ਅਤੇ ਆਓ ਹੁਣ ਸੰਗਤ ਜੀ ਅਸੀਂ ਚੱਲਦੇ ਹਾਂ, ਥੋੜ੍ਹੇ ਕੁ ਸਮੇਂ ਤੱਕ ਬਾਪੂ ਇੰਦਰ ਸਿੰਘ ਹੋਣਾ ਦਾ ਇੱਕ ਸਿਟੀ ਸਕੈਨ ਵੀ ਹੋਣ ਵਾਲਾ ਹੈ ਕਿ ਜਿਹਦੇ ਵਿੱਚੋਂ ਪਤਾ ਲੱਗੂਗਾ ਕਿ ਰਸੌਲੀ ਕਿਸ ਜਗ੍ਹਾ ਦੇ ਉੱਪਰ ਹੈ। ਅਤੇ ਆਓ ਸੰਗਤ ਜੀ ਹੁਣ ਚੱਲਦੇ ਹਾਂ ਸਿਟੀ ਸਕੈਨ ਦੇ ਵਿੱਚ। ਬਾਪੂ ਇੰਦਰ ਸਿੰਘ ਹੋਣਾ ਦੀ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਬਾਪੂ ਜੀ ਉਹਨਾਂ ਨੂੰ MRI ਕਰਵਾਉਣ ਲਈ ਇੱਥੇ ਲਿਆਂਦਾ ਸੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ, ਜਿੱਥੇ ਕਿ ਥੱਲੇ ਬੇਸਮੈਂਟ ਦੇ MRI ਹੁੰਦੀ ਹੈ। ਸੋ MRI ਹੁਣ ਹੋ ਚੁੱਕੀ ਹੈ, ਥੋੜ੍ਹੇ ਕੁ ਸਮੇਂ ਤੱਕ ਡਾਕਟਰ ਸਾਹਿਬ ਹੋਣਾ ਨੇ ਜਿਹੜੀ ਹੈ MRI ਦੀ ਰਿਪੋਰਟ ਦੇ ਦੇਣੀ ਹੈ। ਸੋ ਫਿਰ ਡਾਕਟਰ ਅਮਰਜੋਤ ਜਿਨ੍ਹਾਂ ਕਿ ਸਰਜਨ ਨੇ, ਜਿਨ੍ਹਾਂ ਨੇ ਬਾਪੂ ਇੰਦਰ ਸਿੰਘ ਹੋਣਾ ਦਾ ਆਪਰੇਟ ਕਰਨਾ ਹੈ, ਉਹ ਦੇਖ ਕੇ ਫਿਰ ਅੱਗੇ ਆਪਰੇਟ ਦੀ ਵਿਉਂਤਬੰਦੀ ਕਰਨਗੇ ਕਿ ਕਿਸ ਦਿਨ ਇਹਨਾਂ ਦਾ ਆਪਰੇਟ ਹੋਣਾ ਹੈ। ਸੋ ਸੰਗਤ ਜੀ, ਹੁਣ ਤੱਕ ਦਾ ਜਿੰਨਾ ਵੀ ਕਾਰਜ ਪਿੰਡ ਠਰੂ ਤੋਂ ਲੈ ਕੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਦੀ ਜਨਰਲ ਵਾਰਡ ਤੱਕ
ਉਸ ਤੋਂ ਬਾਅਦ ਵੀਰਾਂ ਵੱਲੋਂ ਬਲੱਡ ਡੋਨੇਟ ਕੀਤਾ ਗਿਆ ਤੇ MRI ਦੀ ਸਕੈਨ ਦੀ ਹੁਣ ਤੱਕ ਦੀ ਜਿਹੜੀ ਪ੍ਰੋਪਰ ਜਾਣਕਾਰੀ ਸਮੇਂ ਸਿਰ ਆਪ ਸਭ ਸੰਗਤਾਂ ਦੇ ਨਾਲ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਟੀਮ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਆਸ ਕਰਦੇ ਹਾਂ ਸੰਗਤ ਜੀ, ਜਿੱਥੇ ਹੁਣ ਤੱਕ ਆਪ ਸਭ ਸੰਗਤਾਂ ਨੇ ਬਾਪੂ ਇੰਦਰ ਸਿੰਘ ਹੁਣਾਂ ਦਾ ਇੰਨਾ ਸਾਥ ਦਿੱਤਾ, ਅਗਾਂਹ ਵੀ ਐਵੇਂ ਹੀ ਸਾਥ ਦਿੰਦੇ ਰਹੋਗੇ, ਕਿਉਂਕਿ ਅੱਗੇ ਹੋਰ ਵੀ ਆਪ ਸਭ ਸੰਗਤਾਂ ਦੇ ਸਾਥ ਦੀ ਬੜੀ ਲੋੜ ਹੈ। ਸਾਡੇ ਸਿਆਣੇ ਕਹਿੰਦੇ ਹੁੰਦੇ ਨੇ ਕਿ ਸੁੱਖ ਜਦੋਂ ਹੁੰਦਾ ਹੈ ਬੰਦੇ ਨੂੰ ਤਾਂ ਉਦੋਂ ਪਤਾ ਨਹੀਂ ਲੱਗਦਾ ਵੀ ਟਾਈਮ ਕਿੱਥੋਂ ਤੇ ਕਦੋਂ ਬਤੀਤ ਹੋ ਗਿਆ, ਪਰ ਦੁੱਖ ਦੀ ਘੜੀ ਐਵੇਂ ਹੋ ਜਾਂਦੀ ਹੈ ਕਿ ਉਹ ਦੁੱਖ ਦੀ ਘੜੀ ਦੇ ਵਿੱਚ ਬੰਦੇ ਨੂੰ 2 ਪਲ ਜ਼ਿੰਦਗੀ ਦੇ ਜਿਉਣ ਵੀ ਸਾਲਾਂ ਬੱਧੀ ਲੱਗਦੇ ਨੇ। ਸੋ ਇਸੇ ਹੀ ਕਰਕੇ ਲੰਮੇ ਸਮੇਂ ਤੋਂ ਬਾਪੂ ਜੀ ਹੁਣਾਂ ਨੂੰ ਜਿਹੜੀ ਸੀ ਕਿ ਉਹ ਪੇਟ ਦੀ ਕਾਫੀ ਪ੍ਰੋਬਲਮ ਸੀ, ਉਹਨਾਂ ਨੂੰ ਬਾਥਰੂਮ ਦੇ ਵਿੱਚ ਕਾਫੀ ਜ਼ਿਆਦਾ ਖੂਨ ਆਉਂਦਾ ਸੀ। ਪਿਛਲੀ ਮੈਂ ਵੀਡੀਓ ਦੇ ਵਿੱਚ ਜਿਸ ਦਿਨ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਡਾਕਟਰ ਅਮਰਜੋਤ ਜੋ ਕਿ ਸਰਜਨ ਨੇ ਉਹਨਾਂ ਨੂੰ ਦਿਖਾਇਆ ਗਿਆ ਸੀ, ਤਾਂ ਉਹਨਾਂ ਨੇ ਇਹੀ ਗਾਈਡਲਾਈਨ ਦਿੱਤੀ ਸੀ ਕਿ ਇਹਨਾਂ ਨੂੰ ਇਹ ਪ੍ਰੋਬਲਮ ਕਾਫੀ ਦਿੱਕਤ ਤੋਂ ਆ ਰਹੀ ਹੈ, ਪਰ ਇਹਦਾ ਪਤਾ ਹੁਣ ਲੱਗਾ ਤੇ ਬਾਪੂ ਜੀ ਉਹਨਾਂ ਨੇ ਇਹੀ ਗੱਲ ਦੱਸੀ ਸੀ ਡਾਕਟਰ ਸਾਹਿਬ ਉਹਨਾਂ ਨੂੰ ਕਿ ਹੁਣ ਤੇ ਬੋਟੀਆਂ ਵੀ ਆਉਣ ਡੈ ਪਈਆਂ ਨੇ ਬਾਥਰੂਮ ਦੇ ਵਿੱਚ। ਸੋ ਇਸੇ ਕਰਕੇ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਕੁਛ ਰੂਟੀਨ ਦੇ ਟੈਸਟ ਕਹੇ ਸੀ, ਜਿਵੇਂ ਬਲੱਡ ਟੈਸਟ ਦੇ ਉਹਦੇ ਵਿੱਚ 6 ਗ੍ਰਾਮ ਜਿਹੜਾ ਸੀ ਬਾਪੂ ਜੀ ਉਹਨਾਂ ਦਾ ਬਲੱਡ ਜਿਹੜਾ ਖੂਨ ਆਇਆ ਸੀ। ਸੋ ਇਸ ਕਰਕੇ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਤੇ ਬਾਪੂ ਇੰਦਰ ਸਿੰਘ ਉਹਨਾਂ ਨੂੰ ਜਿਹੜਾ ਸੀ ਕਿ ਬਲੱਡ ਚੜਾਇਆ ਜਾਣਾ, ਜਿਹੜੀ ਉਹ ਕਮੀ ਕਿਉਂਕਿ ਵੀਕਨੈਸ ਬਹੁਤ ਜ਼ਿਆਦਾ ਸੀ। ਤੇ ਉਸ ਤੋਂ ਬਾਅਦ ਹੀ ਡਾਕਟਰ ਸਾਹਿਬ ਹੁਣੀ ਕਹਿੰਦੇ ਸੀ ਕਿ ਆਪਾਂ ਪਲਾਨ ਕਰਾਂਗੇ ਓਪਰੇਟ ਦਾ। ਸੋ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਬਾਪੂ ਜੀ ਉਹਨਾਂ ਨੂੰ ਬਲੱਡ ਚੜ ਗਿਆ ਸੀ ਤੇ ਇਹਨਾਂ ਦਾ ਓਪਰੇਟ ਹੋ ਚੁੱਕਿਆ ਹੈ। ਅੱਜ 7ਵਾਂ ਦਿਨ ਹੈ ਤੇ ਛੁੱਟੀ ਜਿਹੜੀ ਹੈ ਉਹ ਬਾਪੂ ਜੀ ਉਹਨਾਂ ਨੂੰ ਮਿਲ ਗਈ ਹੈ। ਤੇ ਸੰਗਤ ਜੀ ਇਹ ਸਾਰੇ ਕਾਰਜ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਜਿਹੜੀ ਉਹ ਕਰਦੀ ਆ ਰਹੀ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਸ ਵਕਤ ਅਸੀਂ ਬਾਣੀ ਨੂੰ ਪੜ੍ਹੀਏ, ਮਹਾਰਾਜ ਜੀ ਕਹਿੰਦੇ ਨੇ ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੈ ਦਾਨ, ਨਾਨਕ ਆਖੇ ਰਾਹ ਏ ਹੋਰ ਗੱਲਾਂ ਸ਼ੈਤਾਨ। ਪਰਿਵਾਰ ਦੀ ਸਹਾਇਤਾ ਲਈ ਆਪ ਸਭ ਸੰਗਤਾਂ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਨੇ ਉਹ ਖਲੋ ਜਾਂਦੇ ਨੇ ਤੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ ਵੀ ਹੌਸਲਾ ਹੋਰ ਵੱਧਦਾ ਹੈ ਜਦੋਂ ਸੰਗਤ ਜੀ ਇਹੋ ਜਿਹੇ ਪਰਿਵਾਰਾਂ ਨੂੰ ਆਪ ਸਭ ਸੰਗਤਾਂ ਦੇ ਨਾਲ ਜਦੋਂ ਸਾਹਮਣੇ ਲਿਆਇਆ ਜਾਂਦਾ ਹੈ ਤੇ ਆਪ ਸਭ ਸੰਗਤਾਂ ਉਹਨਾਂ ਦਾ ਵੱਧ ਤੋਂ ਵੱਧ ਜਿਹੜਾ ਵਾ ਉਹ ਸਹਿਯੋਗ ਕਰਦੇ। ਜੋ ਸਾਹਿਬਾਂ ਦੀ ਬਾਣੀ ਦਾ ਵੀ ਇਹ ਬਚਨ ਪੜ੍ਹਦੇ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਕਿ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਲੱਖਾਂ ਖੁਸ਼ੀਆਂ ਤੇ ਪਾਤਸ਼ਾਹੀਆਂ ਉਦੋਂ ਹੀ ਆ ਸਕਦੀਆਂ ਜਦੋਂ ਵਾਹਿਗੁਰੂ ਅਕਾਲ ਪੁਰਖ ਦੀ ਨਿਆਮਤ ਹੁੰਦੀ ਹੈ ਬੰਦੇ ਦੇ ਉੱਪਰ। ਸੋ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਨੇ ਇਹਨਾਂ ਦਾ ਟ੍ਰੀਟਮੈਂਟ ਵਧੀਆ ਹੋ ਗਿਆ ਹੈ, ਠੀਕ ਹੋ ਗਏ ਨੇ। ਆਓ ਭੈਣ ਜੀ ਉਹਨਾਂ ਨਾਲ ਵੀ ਆਪ ਸਭ ਸੰਗਤਾਂ ਦੀ ਅਸੀਂ ਸਾਂਝ ਪਾਉਂਦੇ ਹਾਂ। ਭੈਣ ਜੀ ਕੀ ਹਾਲ ਹੈ ਹੁਣ ਬਾਪੂ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੰਗਤਾਂ ਦਾ ਧੰਨਵਾਦ ਕਰਦੀ ਹਾਂ ਕਿ ਸਾਡਾ ਮਰੀਜ਼ ਠੀਕ ਹੋ ਗਿਆ ਹੈ ਤੇ ਧੰਨਵਾਦ ਸੰਗਤਾਂ ਦਾ ਵੀ ਅਸੀਂ ਛੁੱਟੀ ਮਿਲ ਜਾਵੇ ਤੇ ਅਸੀਂ ਘਰ ਜਾ ਜਾਈਏ ਤੇ ਅਸੀਂ ਆਪਦੇ ਬੱਚਿਆਂ 'ਚ ਵੀ ਰਹੀਏ ਵਧੀਆ। ਤੁਹਾਡਾ ਧੰਨਵਾਦ ਮਾਰ। ਸੋ ਸੰਗਤ ਜੀ ਭੈਣ ਜੀ ਉਹਨਾਂ ਨੇ ਆਪ ਸਭ ਸੰਗਤਾਂ ਦੇ ਨਾਲ ਸਾਂਝ ਪਵਾਈ, ਉੱਥੇ ਅਸੀਸਾਂ ਵੀ ਦਿੱਤੀਆਂ ਨੇ ਆਪ ਸਭ ਸੰਗਤਾਂ ਨੂੰ, ਕਿਉਂਕਿ ਆਪ ਸਭ ਸੰਗਤਾਂ ਦੇ ਹੀ ਸਹਿਯੋਗ ਸਦਕਾ ਜਿਹੜਾ ਵਾ ਇਹ ਕਾਰਜ ਹੁਣ ਤੱਕ ਜਿਹੜਾ ਵਾ ਉਹ ਚੱਲਿਆ ਆ ਰਿਹਾ ਹੈ ਤੇ ਅਗਾਂਹ ਵੀ ਇਹ ਨਿਰੰਤਰ ਇਸੇ ਹੀ ਤਰ੍ਹਾਂ ਸੰਗਤ ਜੀ ਇਹ ਸੇਵਾ ਚੱਲੇਗੀ ਜੇ ਆਪ ਸਭ ਸੰਗਤਾਂ ਦਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਨੂੰ ਐਵੇਂ ਹੀ ਸਹਿਯੋਗ ਮਿਲਦਾ ਰਹੇਗਾ। ਸੋ ਆਓ ਆਪ ਸਭ ਸੰਗਤਾਂ ਦੀ ਬਾਪੂ ਜੀ ਉਹਨਾਂ ਨਾਲ ਵੀ ਸਾਂਝ ਪਵਾਈਏ, ਕਿਉਂਕਿ
ਜ਼ਿਆਦਾ ਤਕਲੀਫ ਦੇ ਵਿੱਚ ਜਿਹੜੇ ਨੇ ਤੇ ਉਹ ਬਾਪੂ ਰਹੇ। ਚਲੋ ਭਾਵੇਂ ਕਿ ਸਾਰਾ ਪਰਿਵਾਰ ਵੀ ਇਸ ਮੁਸੀਬਤ ਨਾਲ ਜੂਝ ਰਿਹਾ ਸੀ, ਪਰ ਮੇਨ ਦਿੱਕਤ ਜਿਹੜੀ ਸੀ ਉਹ ਬਜ਼ੁਰਗਾਂ ਨੂੰ ਸੀ। ਇਸ ਕਰਕੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਉਹਨਾਂ ਦਾ ਆਪਰੇਟ ਜਿਹੜਾ ਉਹ ਹੋ ਗਿਆ ਹੈ। ਤੇ ਆਓ ਸੰਗਤ ਜੀ ਆਪ ਜੀ ਦੀ ਉਹਨਾਂ ਦੇ ਨਾਲ ਵੀ ਅਸੀਂ ਸਾਂਝ ਪਾਉਂਦੇ ਹਾਂ। ਬਾਪੂ ਜੀ, ਮੈਂ ਚਾਹੁੰਦਾ ਹੈ ਕਿ ਆਪ ਵੀ ਕੁਛ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਹੋ, ਕਿਉਂਕਿ ਲੰਮੇ ਸਮੇਂ ਤੋਂ ਤੁਸੀਂ ਇਸ ਦਿੱਕਤ ਦੇ ਵਿੱਚ ਗੁਜ਼ਰ ਰਹੇ ਸੀ, ਤੇ ਕੀ ਹਾਲ ਹੈ ਹੁਣ ਤੁਹਾਡਾ? ਹੁਣ ਸਾਡਾ ਹਾਲ ਠੀਕ ਹੈ ਜੀ, ਬਹੁਤ ਤੁਹਾਡੀ ਮਿਹਰਬਾਨੀ ਹੈ ਜੀ ਕਿ ਸਾਨੂੰ ਕਿ ਮਤਲਬ ਕਿ ਸਾਡਾ ਕਰਾਤਾ ਕੰਮ। ਮੈਂ ਆਪਣੇ ਨਿਆਣਿਆਂ 'ਚ ਜਾ ਕੇ ਕੋਈ 2-4 ਦਿਨ ਜਿਹੜੇ ਸੌਖੇ ਗੁਜ਼ਾਰ ਲਾਂ। ਮਹਾਰਾਜ ਨੇ ਤੇ ਨੇ ਤੁਹਾਡੇ ਪਰਿਵਾਰ ਦਾ ਸਾਰੇ ਦਾ ਸਤਿਕਾਰ ਕਰਦਾ ਕਿ ਜਿਨ੍ਹਾਂ ਮੇਰਾ ਸਹਿਯੋਗ ਦਿੱਤਾ। ਪਹਿਲਾਂ ਮੈਂ ਜੀ ਭੱਜ ਨੱਠ ਕੀਤੀ ਬਹੁਤ ਜ਼ਿਆਦਾ, ਕੋਈ ਕਿਤੇ ਜਿੱਥੇ ਜਾਣਾ ਉੱਥੋਂ ਕਰਾਉਣਾ ਇਲਾਜ ਤੇ ਹੋਇਆ ਨਹੀਂ ਗਾ ਚੱਜ ਨਾਲ। ਅਤੇ ਫਿਰ ਮੈਂ ਕਿਤੇ ਆਇਆ ਅਤੇ ਫਿਰ ਬਾਬਿਆਂ ਨੇ ਇਹਨਾਂ ਨੇ ਮਹਾਰਾਜ ਜਿਵੇਂ ਘਰ ਲੈ ਆਉਂਦਾ, ਇਹਨਾਂ ਨੇ ਮੇਰੀ ਸੰਯੋਗ ਦਿੱਤਾ, ਮੇਰੀ ਬਾਂਹ ਫੜੀ ਕਿ ਕਹਿੰਦੇ ਅਸੀਂ ਇਲਾਜ ਕਰਾਂਗੇ, ਤੁਹਾਡਾ ਇਲਾਜ ਹੋ ਜਾਏਗਾ। ਅਤੇ ਮੈਂ ਮੁੱਕਣ ਵਾਲਿਆਂ 'ਚੋਂ ਹੀ ਹਾਂ। ਅਤੇ ਜਦੋਂ ਇਹ ਮੈਨੂੰ ਲੈ ਕੇ ਆਏ ਆ ਜੀ ਇੰਨੀ, ਹੁਣ ਕੀ ਮਹਿਸੂਸ ਹੁੰਦਾ? ਹੁਣ ਮੈਨੂੰ ਠੀਕ ਹੈ ਜੀ। ਮੈਂ ਆਪਰੇਟ ਹੋ ਗਿਆ ਹੈ, ਪਰ ਕਿਸ ਚੀਜ਼ ਦਾ ਆਪਰੇਟ ਹੋਇਆ? ਕਿਉਂਕਿ ਇਸ ਬਾਰੇ ਇਹ ਵੀ ਡਾਕਟਰ ਅਮਰਜੋਤ ਜਿਨ੍ਹਾਂ ਨੇ ਸਰਜਨ ਨੇ, ਉਹਨਾਂ ਦੀ ਟੀਮ ਦੇ ਵਿੱਚ ਹੀ ਨੇ। ਤੇ ਆਓ ਇਹਨਾਂ ਦੇ ਨਾਲ ਆਪ ਸਭ ਸੰਗਤਾਂ ਦੀ ਸਾਂਝ ਪਾਉਂਦੇ ਹਾਂ। ਮੈਂ ਚਾਹੁੰਦਾ ਜ਼ਰੂਰ ਬਾਪੂ ਇੰਦਰ ਸਿੰਘ, ਕਿਉਂਕਿ ਸੰਗਤਾਂ ਦੇ ਸਹਿਯੋਗ ਦੇ ਨਾਲ ਇਹਨਾਂ ਦਾ ਇਲਾਜ ਹੋ ਗਿਆ, ਮੈਂ ਚਾਹੁੰਦਾ ਜ਼ਰੂਰ ਆਪ ਵੀ ਥੋੜ੍ਹੀ ਜਿਹੀ ਗਾਈਡਲਾਈਨ ਸੰਗਤ ਨੂੰ ਜ਼ਰੂਰ ਦਿਓ ਵੀ ਇਹਨਾਂ ਦਾ ਕਿਸ ਚੀਜ਼ ਦਾ ਆਪਰੇਟ ਹੋਇਆ ਅਤੇ ਕੀ ਪਰੇਸ਼ਾਨੀ ਸੀ ਇਹਨਾਂ ਨੂੰ। ਹਾਂਜੀ, ਇਹ ਮਰੀਜ਼ ਸਾਡੇ ਕੋਲ ਆਇਆ ਸੀਗਾ ਜਿਸ ਦਿਨ ਇਹਨੂੰ ਪਿਸ਼ਾਬ ਦੇ ਰਾਹੀਂ ਨਾ ਖੂਨ ਆ ਰਿਹਾ ਸੀ, ਜੋ ਕਿ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਸੀਗਾ। ਮਤਲਬ ਜਿਵੇਂ ਪੂਰੇ ਕਲੌਟ ਹੀ ਬਲੱਡ ਦੇ ਤੁਰੇ ਆ ਰਹੇ ਸੀਗੇ। ਅਤੇ ਫਿਰ ਅਸੀਂ ਇਹਨੂੰ ਕੈਥੇਟਰਾਈਜ਼ ਕੀਤਾ ਪੇਸ਼ੈਂਟ ਨੂੰ, ਦੇਖਣ ਵਾਸਤੇ ਕਿ ਖੂਨ ਮਤਲਬ ਕਿਵੇਂ ਦਾ ਕੌਂਸਿਸਟੈਂਸੀ ਉਹਦੀ ਦੇਖਣ ਲਈ ਵੀ ਖੂਨ ਜਿਹੜਾ ਆ ਰਿਹਾ ਹੈ ਉਹ ਮਤਲਬ ਕਿਸ ਤਰ੍ਹਾਂ ਦਾ ਹੈਗਾ ਵਾ। ਉਹਦੇ ਹਿਸਾਬ ਨਾਲ ਹੀ ਫਿਰ ਆਪਾਂ ਇਹਦੇ ਅੱਗੇ ਪਲਾਨ ਕਰਨੇ ਸੀ ਟੈਸਟ। ਫਿਰ ਆਪਾਂ ਇਹਦੇ ਥੋੜ੍ਹੇ ਟੈਸਟ ਕਰਾਏ, ਜਿਨ੍ਹਾਂ ਵਿੱਚ ਆਪਾਂ ਮੇਨਲੀ ਇਹਦਾ ਅਲਟਰਾਸਾਊਂਡ ਕਰਾਇਆ। ਅਲਟਰਾਸਾਊਂਡ ਦੇ ਵਿੱਚ ਉਹਨਾਂ ਨੇ ਨਿਓਪਲਾਸਟਿਕ ਚੇਂਜਿਸ ਕੱਢੀਆਂ, ਜਿਹੜੇ ਸਾਡੇ ਸੋਨੋਲੋਜਿਸਟ ਨੇ। ਫਿਰ ਪੇਸ਼ੈਂਟ ਦੀ ਫਰਦਰ ਆਪਣਾ ਸੀਟੀ ਪਲਾਨ ਕੀਤੀ ਗਈ। ਸਿਟੀ ਦੇ ਵਿੱਚ ਵੀ ਪੇਸ਼ੈਂਟ ਦੀ ਬਲੈਡਰ ਦੇ ਵਿੱਚ, ਯੂਰੀਨਰੀ ਬਲੈਡਰ ਦੇ ਵਿੱਚ ਮਾਸ ਦਿਖਾਇਆ ਗਿਆ ਕਿ ਥੋੜ੍ਹਾ ਜਿਵੇਂ ਸ਼ੱਕ ਪਾਇਆ ਗਿਆ, ਨਿਓਪਲਾਸਟਿਕ ਚੇਂਜਿਸ ਸੀਗੀਆਂ, ਜਿਨ੍ਹਾਂ ਨੇ ਕਿ ਲਿਵਰ ਨੂੰ ਵੀ ਨਾਲ ਆਪਣੇ ਘੇਰਿਆ ਹੋਇਆ ਸੀ। ਉਹਦੇ ਵਾਸਤੇ ਫਿਰ ਆਪਾਂ ਪਲਾਨ ਕੀਤਾ ਵੀ ਇਹਦਾ ਸੈਂਪਲ ਲੈ ਕੇ ਆਪਣਾ ਯੂਰੀਨਰੀ ਬਲੈਡਰ ਤੋਂ ਜਿਹੜੀ ਗਰੋਥ ਹੈ ਉਹਦਾ ਸੈਂਪਲ ਲੈ ਕੇ ਬਾਇਓਪਸੀ ਲਈ ਭੇਜਿਆ ਜਾਏ, ਅਤੇ ਜਿਹੜੀ ਚੀਜ਼ ਦਾ ਸਾਨੂੰ ਸ਼ੱਕ ਲੱਗ ਰਿਹਾ ਉਹਨੂੰ ਕਨਫਰਮ ਕਰਨ ਲਈ ਕਿ ਉਹ ਵਾਕਈ ਉਹ ਚੀਜ਼ ਹੈਗੀ ਕਿ ਨਹੀਂ। ਅਤੇ ਇਹਦਾ ਆਪਾਂ ਪਲਾਨ ਕੀਤਾ ਸੀ ਸ਼ਨੀਵਾਰ ਨੂੰ। ਪੇਸ਼ੈਂਟ ਦਾ ਛੋਟਾ ਜਿਹਾ ਇੱਕ ਪ੍ਰੋਸੀਜਰ ਕੀਤਾ ਗਿਆ ਸੀ, ਜਿਹਦੇ ਵਿੱਚ ਯੂਰੀਨਰੀ ਬਲੈਡਰ ਤੋਂ ਜਿਹੜਾ ਐਕਸਟਰਾ ਮਾਸ ਸੀ ਉਹ ਰਿਮੂਵ ਕੀਤਾ ਗਿਆ, ਅਤੇ ਉਸ ਤੋਂ ਬਾਅਦ ਉਹਨੂੰ ਬਾਇਓਪਸੀ ਲਈ ਭੇਜਿਆ, ਜਿਹਦੀ ਰਿਪੋਰਟ 1 ਹਫ਼ਤੇ ਤੱਕ ਆਉਣੀ ਹੈ। ਅਤੇ ਉਹਦਾ ਪੇਸ਼ੈਂਟ ਨੂੰ ਫਾਇਦਾ ਹੈ ਕਿ ਜਿਵੇਂ ਹੁਣ ਬਹੁਤ ਜ਼ਿਆਦਾ ਬਲੱਡ ਦੇ ਵਿੱਚ ਖੂਨ ਚੱਲਿਆ ਆ ਰਿਹਾ ਸੀ, ਉਹਦਾ ਹੁਣ ਮਤਲਬ ਕਿ ਰੋਕਥਾਮ ਥੋੜ੍ਹੀ ਹੋ ਗਈ ਹੈ। ਪੇਸ਼ੈਂਟ ਦਾ ਪਿਸ਼ਾਬ ਪਹਿਲਾਂ ਨਾਲੋਂ ਕਾਫੀ ਹੱਦ ਸਾਫ਼ ਹੈ। ਇਰੀਗੇਸ਼ਨ ਆਪਾਂ ਕੰਟੀਨਿਊ ਕੀਤੀ ਹੋਈ ਹੈ। IV ਫਲੂਇਡਸ ਚੱਲ ਰਹੇ ਨੇ, ਐਂਟੀਬਾਇਓਟਿਕਸ ਚੱਲ ਰਹੇ ਨੇ ਵਧੀਆ ਤੋਂ ਵਧੀਆ। ਅਤੇ ਬਸ ਆਪਾਂ ਅਗਲੀ ਰਿਪੋਰਟ ਦੀ ਵੇਟ ਕਰ ਰਹੇ ਹਾਂ। ਉਨੀ ਦੇਰ ਤੱਕ ਆਪਾਂ ਕਨਫਰਮ ਨਹੀਂ ਕਰ ਸਕਦੇ ਕਿ ਵਾਕਈ CA ਹੈ ਕਿ ਨਹੀਂ। ਬਾਇਓਪਸੀ ਦੀ ਰਿਪੋਰਟ ਤੋਂ ਬਾਅਦ ਹੀ ਉਹਦੀ ਕੰਫਰਮੇਸ਼ਨ ਹੋਣੀ ਹੈ। ਅਤੇ ਪੇਸ਼ੈਂਟ ਦੀ ਹਾਲਤ ਵਿੱਚ ਜਿਹੜਾ ਸੁਧਾਰ ਹੈ ਉਹ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਹੈ। ਮੈਮ ਇੱਥੇ ਇੱਕ ਗੱਲ ਮੈਂ ਹੋਰ ਪੁੱਛਣੀ ਚਾਹੁੰਦਾ ਵਾਂ, ਹਾਲੇ ਵੀ ਥੋੜ੍ਹਾ ਕਿਸੇ ਵੇਲੇ ਜਦੋਂ ਇਹਨਾਂ ਨੂੰ ਬਾਥਰੂਮ ਦੇ ਵਿੱਚ ਪ੍ਰੋਬਲਮ ਆਉਂਦੀ ਕਲਾਊਡ, ਉਹਦਾ ਕੀ ਕਾਰਨ? ਮੈਂ ਚਾਹੁੰਦਾ ਜ਼ਰੂਰ ਉਹਦੇ ਬਾਰੇ ਥੋੜ੍ਹਾ ਦੱਸੋ। ਉਹਦਾ ਇਹੀ ਹੈ ਕਿ ਅੰਦਰ ਜਿਵੇਂ ਮਤਲਬ ਕਿ ਨਿਓਪਲਾਸਟਿਕ ਚੇਂਜਿਸ ਹੈਗੀਆਂ ਨੇ, ਪ੍ਰੋਬਲਮ ਤਾਂ ਹੈ ਹੀ ਹੈ ਅੰਦਰ। ਅਤੇ ਜਿੰਨੀ ਦੇਰ ਉਹ ਪ੍ਰੋਬਲਮ ਪੂਰਾ ਜੜੋਂ ਆਪਾਂ ਨਹੀਂ ਉਹਦਾ ਖ਼ਤਮ ਕਰਦੇ, ਉਦੋਂ ਤੱਕ ਇਹ ਥੋੜ੍ਹਾ ਪ੍ਰੋਬਲਮ ਤਾਂ ਰਹਿਣੀ ਹੈ ਪੇਸ਼ੈਂਟ ਨੂੰ। ਅਤੇ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਟਾਈਮ ਦੇ ਨਾਲ ਹੀ ਠੀਕ ਹੁੰਦੀਆਂ। ਪੇਸ਼ੈਂਟ ਨੂੰ ਆਏ ਨੂੰ ਵੀ 3-4 ਦਿਨ ਹੀ ਹੋਏ ਹੈ। ਜਿਵੇਂ ਟਾਈਮ ਪਾਸ ਹੁੰਦਾ ਜਾਏਗਾ ਪੇਸ਼ੈਂਟ ਹੋਰ ਜ਼ਿਆਦਾ ਰਿਕਵਰ ਕਰਦਾ ਜਾਏਗਾ। ਸੋ ਬਹੁਤ ਬਹੁਤ ਸ਼ੁਕਰੀਆ ਮੈਮ। ਸੋ ਸੰਗਤ ਜੀ, ਆਪ ਸਭ ਸੰਗਤਾਂ ਦੇ ਨਾਲ ਮੈਮ ਹੁਣਾਂ ਨੇ, MO ਨੇ, ਇੱਥੇ ਡਾਕਟਰ ਅਮਰਜੋਤ ਹੁਣਾਂ ਦੀ ਟੀਮ ਦੇ ਵਿੱਚ ਹੀ ਨੇ। ਅਤੇ ਆਪ ਸਭ ਸੰਗਤਾਂ ਦੇ ਨਾਲ ਇਹਨਾਂ ਨੇ ਸਾਂਝ ਪਾਈ ਕਿ ਦਿੱਕਤ ਕਾਫੀ ਸੀ ਜਦੋਂ ਇਹ ਇੱਥੇ ਆਏ, ਕਿਉਂਕਿ ਬਾਪੂ ਜੀ ਇਹਨਾਂ ਨੂੰ ਐਡਮਿਟ ਕਰਵਾ ਦਿੱਤਾ,
ਤੇ ਆਪ ਸਭ ਸੰਗਤਾਂ ਦੀ ਸਦਕਾ ਤੇ ਵਾਹਿਗੁਰੂ ਅਕਾਲ ਪੁਰਖ ਦੀ ਮਿਹਰ ਦੇ ਨਾਲ ਬਾਪੂ ਜੀ ਉਹਨਾਂ ਦਾ ਜਿਹੜਾ ਉਪਰੇਟ ਹੈ ਉਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਫਲਤਾਪੂਰਵਕ ਜਿਹੜਾ ਵਾ ਉਹ ਨੇਪਰੇ ਚੜ੍ਹ ਚੁੱਕਿਆ ਹੈ। ਸੋ ਸੰਗਤ ਜੀ, ਆਪ ਸਭ ਸੰਗਤਾਂ ਦਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਏ ਤੇ ਇਹ ਦਿਲੋਂ ਅਸੀਸ ਵੀ ਦਿੰਦੀ ਏ। ਪਰਿਵਾਰਾਂ ਨੇ ਵੀ ਦਿੱਤੀਆਂ, ਉੱਥੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਟੀਮ ਵੀ ਆਪ ਸਭ ਸੰਗਤਾਂ ਨੂੰ ਅਸੀਸਾਂ ਦਿੰਦੀ ਏ ਕਿ ਜਿਵੇਂ ਆਪ ਸੰਗਤਾਂ ਹਰ ਇੱਕ ਗਰੀਬ ਗੁਰਬੇ ਦੇ ਨਾਲ ਖਲੋਂਦੀਆਂ ਨੇ, ਉਹਨਾਂ ਦਾ ਸਾਥ ਦਿੰਦੀਆਂ ਨੇ। ਮਹਾਰਾਜ ਆਪ ਜੀ ਦੇ ਪਰਿਵਾਰ ਦੇ ਵਿੱਚ ਆਪ ਜੀ ਦੇ ਬੱਚਿਆਂ ਨੂੰ, ਬਜ਼ੁਰਗਾਂ ਨੂੰ ਤੰਦਰੁਸਤੀ ਦੀ ਦਾਤ ਬਖਸ਼ੇ ਤਾਂ ਜੋ ਆਪ ਵੱਧ ਚੜ੍ਹ ਕੇ ਇਹੋ ਜਿਹੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਉਹ ਮਦਦ ਕਰ ਸਕੋ। ਤੇ ਜੋ ਗੁਰੂ ਨਾਨਕ ਮਹਾਰਾਜ ਜੀ ਨੇ ਸਾਨੂੰ ਇੱਕ ਗੋਲਡ ਸਿਧਾਂਤ ਬਖਸ਼ਿਆ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਉਹਨੂੰ ਪ੍ਰਤੱਖ ਤੌਰ ਤੇ ਅਸੀਂ ਇਸ ਪੂਰੀ ਕਾਇਨਾਤ, ਇਸ ਸਮਾਜ ਦੇ ਵਿੱਚ ਉਹਨੂੰ ਅਪਲਾਈ ਕਰ ਸਕੀਏ। ਸੋ ਇਤਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚ ਕੇ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।